ਨੰਬਰ 5 ਉੱਤਰ ਭਾਰਤੀ ਰੁੱਤ ਚੱਕਰ। ਪ੍ਰਸ਼ਨ ਨੰਬਰ 1 ਉੱਤਰ ਭਾਰਤੀ ਰੁੱਤ ਚੱਕਰ ਨਿਬੰਧ ਦਾ ਸਾਰ ਲਿਖੋ। ਉੱਤਰ ਭਾਰਤੀ ਰੁੱਤ ਚੱਕਰ ਨਿਬੰਧ ਮਹਿੰਦਰ ਸਿੰਘ ਰੰਧਾਵਾ ਤੇ ਦਵਿੰਦਰ ਸਤਿਆਰਥੀ ਦੀ ਰਚਨਾ ਹੈ। ਇਸ ਵਿੱਚ ਲੇਖਕਾਂ ਨੇ ਉੱਤਰ ਭਾਰਤ ਦੀਆਂ ਰੁੱਤਾਂ, ਉਹਨਾਂ ਦੇ ਬਦਲਣ ਤੇ ਅਦਭੁਤ ਕੁਦਰਤੀ ਵਾਤਾਵਰਣ ਦਾ ਬੜੇ ਚਿਤਰਾਤਮਿਕ ਤੇ ਸਜੀਵ ਰੂਪ ਵਿੱਚ ਵਰਣਨ ਕੀਤਾ ਹੈ। ਰੁੱਤਾਂ ਦੀ ਵੰਡ। ਲੇਖਕ ਦੱਸਦੇ ਹਨ ਕਿ ਭਾਰਤ ਵਰਸ਼ 6 ਰੁੱਤਾਂ ਵਿੱਚ ਵੰਡਿਆ ਹੋਇਆ ਹੈ ਤੇ ਹਰ ਰੁੱਤ ਦੇ 2 ਮਹੀਨੇ ਹਨ। ਅਸੀਂ ਭਾਰਤ ਦੀਆਂ 4 ਰੁੱਤਾਂ ਵੀ ਮੰਨ ਸਕਦੇ ਹਾਂ: ਬਸੰਤ, ਗਰਮੀ, ਪਤਝੜ ਅਤੇ ਸਰਦੀ, ਜਿਨ੍ਹਾਂ ਨੂੰ ਦਿਨ ਦੇ 4 ਹਿੱਸਿਆਂ ਸਵੇਰ, ਦੁਪਹਿਰ, ਆਥਣ ਤੇ ਰਾਤ ਨਾਲ ਉਪਮਾ ਦਿੱਤੀ ਜਾ ਸਕਦੀ ਹੈ। 12 ਮਾਹ ਤੇ ਭਾਰਤੀ ਕਵੀ। ਸਾਲ ਦੇ 12 ਮਹੀਨਿਆਂ ਨੇ ਭਾਰਤੀ ਕਵੀਆਂ ਨੂੰ ਹਮੇਸ਼ਾ ਟੁੰਬਿਆ ਹੈ। ਕਾਲੀਦਾਸ ਨੇ ਆਪਣੀ ਪ੍ਰਸਿੱਧ ਰਚਨਾ ਰਿਤੂ ਸੰਹਾਰ ਵਿੱਚ ਰੁੱਖਾਂ, ਵੇਲਾਂ, ਬੂਟਿਆਂ, ਜੰਗਲੀ ਪੰਛੀਆਂ ਤੇ ਜਨੌਰਾਂ ਦਾ ਬੜਾ ਸਪਸ਼ਟ ਵਰਣਨ ਕੀਤਾ ਹੈ। ਕੇਸ਼ਵ ਦਾਸ ਨੇ ਆਪਣੇ 12 ਮਾਹ ਵਿੱਚ ਦਿਲਖਿੱਚਵਾਂ ਰੁੱਤ ਵਰਣਨ ਕਰਦਿਆਂ ਵੱਖ-ਵੱਖ ਮੌਸਮਾਂ ਵਿੱਚ ਲੋਕਾਂ ਦੀ ਹਾਵਾਂ-ਭਾਵਾਂ, ਰਸਮਾਂ ਤੇ ਮਰਿਆਦਾਵਾਂ ਨੂੰ ਚਿਤਰਿਆ ਹੈ। ਕਾਂਗੜਾ ਕਲਮ ਦੇ ਚਿੱਤਰਕਾਰਾਂ ਨੇ ਕੇਸ਼ਵ ਦਾਸ ਦੇ ਸ਼ਬਦ ਚਿੱਤਰਾਂ ਨੂੰ ਬੜੀ ਯੋਗਤਾ ਨਾਲ ਰੰਗਾਂ ਤੇ ਰੇਖਾਵਾਂ ਵਿੱਚ ਮੂਰਤੀਮਾਨ ਕੀਤਾ ਹੈ। ਹਰ ਚਿੱਤਰ ਵਿੱਚ ਰਾਧਾ ਕ੍ਰਿਸ਼ਨ ਦੀ ਜੋੜੀ ਅਗੋਕੜ ਵਿੱਚ ਦਿੱਤੀ ਗਈ ਤੇ ਹਰ ਰੁੱਤ ਵਿੱਚ ਉਹਨਾਂ ਦਾ ਪਹਿਰਾਵਾ ਬਦਲਦਾ ਦਿਖਾਇਆ ਗਿਆ ਹੈ। ਪਿਛੋਕੜ ਵਿੱਚ ਬਨਸਪਤੀ ਉਲੀਕ ਕੇ ਰੁੱਤ ਬਦਲੀ ਅਨੁਸਾਰ ਪਸ਼ੂਆਂ ਤੇ ਮਨੁੱਖਾਂ ਦੇ ਪ੍ਰਤੀਕਰਮ ਦਿਖਾਏ ਗਏ ਹਨ। ਬਸੰਤ ਰੁੱਤ। ਹਿੰਦੁਸਤਾਨੀ ਬਸੰਤ ਦੇ 2 ਵੱਡੇ ਚਿੰਨ੍ਹ ਹਨ: ਸਰੋਂ ਦੇ ਪੀਲੇ ਫੁੱਲ ਤੇ ਘੁੱਗੀਆਂ ਦੀ ਮਧੁਰ ਘੂੰ-ਘੂੰ। ਲੋਕ ਬਸੰਤੀ ਕੱਪੜੇ ਪਹਿਨ ਕੇ ਪ੍ਰਕਿਰਤੀ ਨਾਲ ਇੱਕ ਰਸ ਹੋ ਜਾਂਦੇ ਹਨ। ਪ੍ਰਾਚੀਨ ਹਿੰਦੁਸਤਾਨ ਵਿੱਚ ਬਸੰਤ ਦੇ ਤਿਉਹਾਰ ਨੂੰ ਸ਼ੁਭ ਸੰਤਨਾ ਕਹਿੰਦੇ ਹਨ ਤੇ ਇਹ ਤਿਉਹਾਰ ਕਾਮਦੇਵ ਦੀ ਉਪਾਸਨਾ ਨਾਲ ਮਨਾਇਆ ਜਾਂਦਾ ਹੈ। ਇਸ ਰੁੱਤ ਵਿੱਚ ਟਾਹਲੀ ਦੇ ਰੁੱਖ ਪੀਲੀ ਭਾ ਮਾਰਦੇ ਹਰੇ ਪੱਤਿਆਂ ਨਾਲ, ਅਸ਼ੋਕ ਸੰਗਤਰੀ ਤੇ ਸੋਗਵੀ ਫੁੱਲਾਂ ਦੇ ਗੁੱਛਿਆਂ ਨਾਲ, ਸਿੰਬਲ ਦੇ ਵੱਡੇ ਟਾਹਣ ਰੱਤੇ ਫੁੱਲਾਂ ਨਾਲ, ਅੰਬਾਂ ਦੀਆਂ ਝੰਗੀਆਂ ਕੋਇਲਾਂ ਨੂੰ ਖਿੱਚਣ ਵਾਲੇ ਖੱਟੇ ਰੰਗ ਦੇ ਸੁਗੰਧਿਤ ਫੁੱਲਾਂ ਨਾਲ, ਕੁਸੰਬੜੇ ਦੇ ਰੁੱਖ ਪੀਲੀ ਭਾ ਮਾਰਦੇ ਲਾਲ ਫੁੱਲਾਂ ਦੇ ਛਾਲਿਆਂ ਨਾਲ ਤੇ ਕਾਂਗੜੇ ਦੀ ਵਾਦੀ ਵਿੱਚ ਕੈਂਥ ਬਰਫ਼ ਰੰਗੇ ਚਿੱਟੇ ਫੁੱਲਾਂ ਨਾਲ ਭਰ ਜਾਂਦੇ ਹਨ। ਇਸੇ ਤਰ੍ਹਾਂ ਪਟਾਕੀ ਤੇ ਅਲਸੀ ਦੇ ਨਾਲ ਨੀਲੇ ਫੁੱਲ ਵੀ ਖੂਬ ਨਜ਼ਾਰਾ ਬੰਨ੍ਹਦੇ ਹਨ। ਹਵਾ ਵਿੱਚ ਨਿੱਘ ਆ ਜਾਂਦਾ ਹੈ ਤੇ ਪਿਆਰ ਕੁੱਠਿਆਂ ਉੱਤੇ ਇੱਕ ਅਜਬ ਤਰ੍ਹਾਂ ਦਾ ਆਲਮ ਛਾ ਜਾਂਦਾ ਹੈ। ਜਦੋਂ ਢਾਕ ਦੇ ਰੁੱਖ ਖੇੜੇ ਵਿੱਚ ਆਉਂਦੇ ਹਨ ਤਾਂ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮਰਦ ਤੇ ਤੀਵੀਆਂ ਗੀਤ ਗਾਉਂਦੇ ਹੋਏ ਕੁਸਮ ਤੇ ਪਲਾਸ ਦੇ ਫੁੱਲਾਂ ਦਾ ਰੰਗਦਾਰ ਪਾਣੀ ਤੇ ਗੁਲਾਬ ਇੱਕ ਦੂਜੇ ਉੱਤੇ ਛਿੜਕਦੇ ਹਨ। ਇਸ ਤਿਉਹਾਰ ਨੂੰ ਕਾਮ ਵਾਸ਼ਨਾ ਦੀ ਬਹੁਲਤਾ ਤੇ ਧਾਰਮਿਕ ਰਹੱਸਵਾਦ ਦਾ ਮਿਸ਼ਰਨ ਕਿਹਾ ਜਾਂਦਾ ਹੈ। ਇਸ ਸੰਬੰਧੀ ਚਿੱਤਰਾਂ ਵਿੱਚ ਪ੍ਰੇਮੀਆਂ ਤੇ ਪ੍ਰੇਮਿਕਾਵਾਂ ਦੇ ਇੱਕ ਦੂਜੇ ਪ੍ਰਤੀ ਪ੍ਰਗਟ ਕੀਤੇ ਪਿਆਰ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਫੁੱਲਾਂ ਕੱਜੇ ਰੁੱਖਾਂ ਤੇ ਪੀਂਘਾਂ ਪਾਈਆਂ ਜਾਂਦੀਆਂ ਹਨ। ਅਸਮਾਨ ਨਿਰਮਲ ਹੁੰਦਾ ਹੈ। ਨਵੇਂ ਜਨਮ ਦੀ ਖੁਸ਼ੀ ਵਿੱਚ ਪ੍ਰਕਿਰਤੀ ਉਤੇਜਿਤ ਹੋ ਉੱਠਦੀ ਹੈ। ਪ੍ਰੇਮ ਪੀੜਾ ਦਾ ਜਨਮ ਹੁੰਦਾ ਹੈ ਤੇ ਹਰ ਕੋਈ ਆਪਣੇ ਜੋੜੇ ਦੀ ਭਾਲ ਕਰਦਾ ਨਜ਼ਰ ਆਉਂਦਾ ਹੈ। ਪੁਸ਼ਪ ਗਹਿਣੇ ਪਾਈ ਸਖੀਆਂ ਕ੍ਰਿਸ਼ਨ ਦੇ ਦੁਆਲੇ ਨੱਚਦੀਆਂ, ਟੱਪਦੀਆਂ ਤੇ ਸੰਧੀਆਂ ਦੀ ਲੀਲਾ ਰਚਾਉਂਦੀਆਂ ਹਨ। ਕ੍ਰਿਸ਼ਨ ਨੂੰ ਵੇਖ ਕੇ ਰਾਧਾ ਦੇ ਕੰਵਲ ਨੈਣ ਆਪਣੀਆਂ ਕੂਲੀਆਂ ਪੰਖੜੀਆਂ ਨੂੰ ਇੱਕ ਦੈਵੀ ਤੇ ਅਕੱਥ ਗੌਰਵ ਵਿੱਚ ਖੋਲ੍ਹਦੇ ਹਨ। ਕ੍ਰਿਸ਼ਨ ਦੀ ਸੁੰਦਰਤਾ ਪੂਰਨਮਾਸ਼ੀ ਦੀ ਰਾਤ ਵਾਂਗ ਝੀਲ ਦੇ ਕੰਢਿਆਂ ਨੂੰ ਚਾਨਣ ਨਾਲ ਭਰ ਦਿੰਦੀ ਹੈ ਤੇ ਇਸ ਵਿੱਚ ਕਈ ਭਾਂਤ ਦੀ ਜਲ ਲੀਲਾ ਦਾ ਆਨੰਦ ਮਾਣਿਆ ਜਾ ਸਕਦਾ ਹੈ। ਪੰਨਾ ਨੰਬਰ 30 ਗਰਮ ਰੁੱਤ। ਬਹਾਰ ਹੌਲੀ-ਹੌਲੀ ਗਰਮੀ ਵਿੱਚ ਬਦਲ ਜਾਂਦੀ ਹੈ। ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਗਰਮੀ ਵਧਣੀ ਆਰੰਭ ਹੋ ਜਾਂਦੀ ਹੈ। ਪਾਕੜ ਰੁੱਖ ਤਾਂਬੇ ਰੰਗੇ ਪੱਤਿਆਂ ਨਾਲ ਭਰ ਜਾਂਦੇ ਹਨ। ਸੇਜਲ ਥਾਵਾਂ ਉੱਤੇ ਹਜ਼ਾਰਾਂ ਜੁਗਨੂ ਤਾਰਿਆਂ ਵਾਂਗ ਸੁਨਹਿਰੀ ਤੰਦਾਂ ਘੱਤਦੇ ਨਜ਼ਰ ਆਉਂਦੇ ਹਨ। ਰੁੱਖਾਂ ਦੇ ਸੁੱਕੇ ਪੱਤੇ ਉੱਡਦੇ ਫਿਰਦੇ ਹਨ ਤੇ ਮੋਹੇ ਦੇ ਰੁੱਖਾਂ ਹੇਠ ਵਚਿੱਤਰ ਭਾਂਬੜ ਜਿਹੇ ਭੜਕਦੇ ਹਨ। ਨਿੰਮ ਤੇ ਸ਼ਰੀਹਾਂ ਦੇ ਫੁੱਲਾਂ ਦੀ ਸੁਗੰਧੀ ਨਾਲ ਹਵਾ ਮਹਿਕ ਜਾਂਦੀ ਹੈ। ਸ਼ਰੀਂਹ ਦੀਆਂ ਫਲੀਆਂ ਦੀ ਖੜ-ਖੜ ਰਾਤ ਦੀ ਇਕਾਂਤ ਵਿੱਚ ਵਿਘਨ ਪਾਉਂਦੀ ਹੈ। ਮੋਹੇ ਦੇ ਜੰਗਾਲੀ ਫੁੱਲ ਤੇ ਗੁਲਮੋਹਰ ਦੇ ਸ਼ੋਖ ਰੱਤੇ ਫੁੱਲ ਚਮਕ ਉੱਠਦੇ ਹਨ ਤੇ ਗਰਮੀ ਦਾ ਜ਼ੋਰ ਵਧਣਾ ਸ਼ੁਰੂ ਹੋ ਜਾਂਦਾ ਹੈ। ਗਰਮ ਲੂਆਂ ਨਾਲ ਹਰਿਆਲੀ ਝੁਲਸ ਜਾਂਦੀ ਹੈ ਤੇ ਵਾਵਰੋਲੇ ਉੱਠਦੇ ਹਨ। ਵਾਤਾਵਰਨ ਮਿੱਟੀ ਘੱਟੇ ਨਾਲ ਭਰ ਜਾਂਦਾ ਹੈ। ਸਭ ਜੀਵ ਜੰਤੂ ਛਾਂ ਦੀ ਭਾਲ ਕਰਦੇ ਹਨ। ਮੋਰ ਬਹਾਲ ਹੁੰਦੇ ਹਨ ਤੇ ਸ਼ੇਰ ਘੁਰਨਿਆਂ ਵਿੱਚ ਲੇਟੇ ਹੁੰਦੇ ਹਨ। ਝੀਲਾਂ ਸ਼ੂਕਦੀਆਂ ਹਨ। ਤਿਹਾਈਆਂ ਮੱਝਾਂ ਜੀਭਾਂ ਲਮਕਾਈ ਚਿੱਕੜਾਂ ਵਿੱਚ ਬੈਠ ਜਾਂਦੀਆਂ ਹਨ। ਹਾਥੀ ਸੁੰਡਾਂ ਉਲਾਰਦੇ ਤੇ ਸੱਪ ਖੁੱਡਾਂ ਤੋਂ ਬਾਹਰ ਆ ਜਾਂਦੇ ਹਨ। ਹੁਨਾਲੇ ਸੰਬੰਧੀ ਇੱਕ ਚਿੱਤਰ ਵਿੱਚ ਇੱਕ ਸੁੰਦਰੀ ਨੀਲੇ ਬਸਤਰ ਪਹਿਨ ਕੇ ਆਪਣੇ ਮਲਮਲ ਦੇ ਚੋਗੇ ਵਾਲੇ ਪ੍ਰੇਮੀ ਨਾਲ ਗੱਲਾਂ ਕਰ ਰਹੀ ਹੈ। ਕੋਲ ਅਮਲਤਾਸ ਦਾ ਪੀਲੇ ਫੁੱਲਾਂ ਨਾਲ ਭਰਿਆ ਰੁੱਖ ਮਨਮੋਹਣਾ ਰੰਗ ਵਿਰੋਧ ਪੈਦਾ ਕਰਦਾ ਹੈ। ਇਸ ਰੁੱਤ ਵਿੱਚ ਪਿਆਰਾ ਘਰ ਹੋਣ ਤੇ ਗਰਮੀ ਦੀ ਤੀਬਰਤਾ ਬਹੁਤੀ ਮਹਿਸੂਸ ਨਹੀਂ ਹੁੰਦੀ।
परंतु जेकर ना होवे तां विछोड़े दी अग बिरहण नूं फूक सुटदी है। बरसात दी रुੱਤ जेठ हाड़ ਦੀ ਝੁਲਸ ਦੀ ਗਰਮੀ ਤੋਂ ਮਗਰੋਂ ਬਦਲ ਅਸਮਾਨ ਉੱਤੇ ਆ ਪ੍ਰਗਟ ਹੁੰਦੇ ਹਨ, ਜਿਨ੍ਹਾਂ ਨਾਲ ਜੱਟ ਦਾ ਮਨ ਖਿੜ ਜਾਂਦਾ ਹੈ ਤੇ ਠੰਡ ਲਈ ਤਾਂਘ ਦੇ ਪ੍ਰੇਮੀਆਂ ਨੂੰ ਤ੍ਰਿਪਤੀ ਮਿਲਦੀ ਹੈ। ਵੈਂਗਣੀ ਰੰਗ ਦੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਕੂਕਣ ਲੱਗਦੇ ਹਨ ਤੇ ਪੈਲਾਂ ਪਾਉਣ ਲੱਗਦੇ ਹਨ। ਇੱਕਦਮ ਰੁੱਖ ਪੀਲੇ ਫੁੱਲਾਂ ਨਾਲ ਭਰ ਜਾਂਦੇ ਹਨ। ਇੱਕ ਪ੍ਰਫੁੱਲਤ ਕਦਮ ਰੁੱਖ ਹੇਠ ਖੜੇ ਕ੍ਰਿਸ਼ਨ ਜੀ ਬੁੱਲਾਂ ਉੱਤੇ ਮੁਰਲੀ ਰੱਖ ਕੇ ਮੁਲਾਰ ਧੁਨ ਕੱਢਦੇ ਹਨ। ਭਾਵੇਂ ਰੁੱਖ ਡਿੱਗ ਰਹੇ ਹੁੰਦੇ ਹਨ ਤੇ ਤੂਫਾਨੀ ਵਾਛੜਾਂ ਤੇ ਹਵਾਵਾਂ ਨੇ ਅੱਤ ਚੁੱਕੀ ਹੁੰਦੀ ਹੈ, ਤਾਂ ਵੀ ਰਾਧਾ ਦੇ ਮਨ ਵਿੱਚ ਕ੍ਰਿਸ਼ਨ ਨੂੰ ਮਿਲਣ ਦੀ ਚਾਹ ਤੀਬਰ ਹੋ ਉੱਠਦੀ ਹੈ, ਪਰ ਉਹ ਮੌਸਮ ਦੇਖ ਕੇ ਭੈਭੀਤ ਵੀ ਹੁੰਦੀ ਹੈ। ਬਰਸਾਤ ਦਾ ਮੌਸਮ ਪ੍ਰੇਮੀਆਂ ਦੇ ਦਿਲ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ। ਹਾਥੀ ਮੀਂਹ ਨੂੰ ਮਾਣਦੇ ਹਨ ਤੇ ਬਾਗ ਕੁਰਨਿਆਂ ਵਿੱਚ ਵੜ ਜਾਂਦੇ ਹਨ। ਪ੍ਰੇਮੀ ਮੀਂਹ, ਮੇਘ ਅਤੇ ਬਿਜਲੀ ਦੀ ਲੀਲਾ ਦੇਖਦੇ ਹਨ। ਵਰਦੇ ਮੀਂਹ ਧਰਤੀ ਦੀ ਕੁੱਖ ਨੂੰ ਪਾਣੀ ਨਾਲ ਭਰ ਦਿੰਦੇ ਹਨ ਤੇ ਸਮੁੱਚੀ ਧਰਤੀ ਹਰੇ ਘਾਹ ਦੇ ਕਲੀਨ ਨਾਲ ਢੱਕੀ ਜਾਂਦੀ ਹੈ। ਲਾਲ ਸੂਈਆਂ ਮਖਮਲੀ ਬੀਰ ਵਹੁਟੀਆਂ ਧਰਤੀ ਨੂੰ ਸ਼ਿੰਗਾਰ ਦਿੰਦੀਆਂ ਹਨ। ਲੋਕ ਟਪਕਦੇ ਅੰਬਾਂ ਦੀ ਭਾਲ ਕਰਦੇ ਹਨ। ਛੱਪੜਾਂ ਉੱਤੇ ਬੁਲਬੁਲੇ ਆਪਣੀ ਖਿੰਨ ਪੰਗਰ ਦੀ ਲੀਲਾ ਰਚਾਉਂਦੇ ਹਨ। ਬੱਦਲਾਂ ਦੇ ਛਣ ਜਾਣ ਤੇ ਮੀਂਹ ਦੀ ਪਤਲੀ ਫੁਹਾਰ ਵਿੱਚੋਂ ਸੂਰਜ ਦੇ ਦਰਸ਼ਨ ਹੁੰਦੇ ਹਨ ਤੇ ਅਸਮਾਨ ਵਿੱਚ ਸਤਰੰਗੀ ਪੀਂਘ ਪ੍ਰਗਟ ਹੋ ਜਾਂਦੀ ਹੈ। ਮੱਝਾਂ ਗਾਈਆਂ ਰੱਖ ਵਿੱਚ ਘਾਹ ਚੁਗਦੀਆਂ ਹਨ ਤੇ ਤੋਤੇ ਤੇ ਤਿਤਲੀਆਂ ਉੱਡਦੇ ਦਿਖਾਈ ਦਿੰਦੇ ਹਨ। ਵਾਤਾਵਰਨ ਚੰਬੇਲੀ, ਰਾਤ ਰਾਣੀ, ਤੱਗਰ ਤੇ ਮਹਿੰਦੀ ਦੇ ਫੁੱਲਾਂ ਨਾਲ ਸੁਗੰਧਿਤ ਹੋ ਜਾਂਦਾ ਹੈ। ਦਰਿਆ ਮਟਿਆਲੇ ਪਾਣੀ ਨਾਲ ਆਫਰ ਜਾਂਦੇ ਹਨ, ਜਿਨ੍ਹਾਂ ਵਿੱਚ ਰੁੱਖ ਉਲਟ ਪੁਲਟ ਹੋ ਜਾਂਦੇ ਹਨ। ਸਾਵਣ ਪ੍ਰੇਮੀਆਂ, ਪ੍ਰੀਤਾਂ ਤੇ ਵਿਸ਼ੇ ਵਾਸ਼ਨਾ ਦਾ ਮਹੀਨਾ ਹੈ। ਇਸ ਮਹੀਨੇ ਦੀ ਸੁਗੰਧਿਤ ਹਵਾ ਵਿੱਚ ਵਿਛੜੇ ਪ੍ਰੇਮੀ ਬਿਰਹੋਂ ਵਿੱਚ ਤੜਫਦੇ ਤੇ ਇੱਕ ਦੂਜੇ ਲਈ ਤਾਂਘਦੇ ਹਨ। ਚਿੱਟੇ ਬਗਲੇ ਕਾਲੇ ਬੱਦਲਾਂ ਨੂੰ ਚੀਰਦੇ ਹੋਏ ਉੱਡਦੇ ਹਨ। ਪਤਝੜ ਦੀ ਰੁੱਤ ਮੀਂਹ ਮੁੱਕਣ ਤੋਂ ਮਗਰੋਂ ਵਾਤਾਵਰਨ ਸਾਫ਼ ਹੋ ਜਾਂਦਾ ਹੈ। ਪਤਝੜ ਵਿੱਚ ਸ਼ਾਨਦਾਰ ਸੂਰਜ ਅਸਤ ਤੇ ਦਰਸ਼ਨ ਹੁੰਦੇ ਹਨ। ਧਰਤੀ ਚਿੱਟੇ ਬੁੰਬਲਾਂ ਵਾਲੇ ਸਿਰਕੰਡੇ ਨਾਲ ਭਰ ਜਾਂਦੀ ਹੈ, ਜੋ ਦਰਿਆ ਦੇ ਕੰਢੇ ਹਵਾ ਵਿੱਚ ਝੂਮਦੇ ਹਨ। ਅਸਮਾਨ ਵਿੱਚ ਪਾਣੀ ਤੋਂ ਸੱਖਣੇ ਚਿੱਟੇ ਬੱਦਲਾਂ ਦੇ ਦਲ ਘੁੰਮਦੇ ਹਨ। ਇਸ ਮੌਸਮ ਵਿੱਚ ਕਚਨਾਰ ਤੇ ਕੋਵਣੀਦਾਰ ਦੇ ਰੁੱਖ ਗੁਲਾਬੀ ਤੇ ਕਾਸ਼ਨੀ ਰੰਗ ਦੇ ਫੁੱਲਾਂ ਨਾਲ ਭਰ ਜਾਂਦੇ ਹਨ। ਹਾਰ ਸ਼ਿੰਗਾਰ ਪਰਿਜਾਤ ਦਾ ਦੇਵੀ ਰੁੱਖ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਜੀ ਆਪਣੀ ਪਤਨੀ ਰੁਕਮਣੀ ਦੀ ਪ੍ਰਸੰਨਤਾ ਲਈ ਇੰਦਰ ਦੇ ਬਾਗ ਵਿੱਚੋਂ ਧਰਤੀ ਉੱਤੇ ਲਿਆਏ ਸਨ, ਅੱਸੂ ਕੱਤੇ ਵਿੱਚ ਬਹੁਤ ਖੁਸ਼ੀਆਂ ਦਿੰਦਾ ਹੈ। ਇਸ ਦੇ ਰਾਤ ਵੇਲੇ ਖਿੜਦੇ ਫੁੱਲ ਵਾਤਾਵਰਨ ਨੂੰ ਸੁਗੰਧੀ ਨਾਲ ਭਰ ਦਿੰਦੇ ਹਨ। ਇਹਨਾਂ ਦਿਨਾਂ ਵਿੱਚ ਕਾਂਗੜੇ ਦੀ ਵਾਦੀ ਵਿੱਚ ਪਦਮ ਰੁੱਖਾਂ ਦਾ ਦ੍ਰਿਸ਼ ਅਭੁੱਲ ਹੁੰਦਾ ਹੈ, ਜਿਸ ਨੂੰ ਗੁੱਛਿਆਂ ਵਿੱਚ ਰੱਤੇ ਫੁੱਲ ਲੱਗਦੇ ਹਨ, ਜੋ ਕਿ ਡੁੱਬਦੇ ਸੂਰਜ ਵਿੱਚ ਚਮਕਦੇ ਅੱਗ ਬੱਦਲਾਂ ਵਾਂਗ ਪ੍ਰਤੀਤ ਹੁੰਦੇ ਹਨ। ਦਰਿਆ ਦੇ ਕੰਢੇ ਉੱਤੇ ਸ਼ਾਰਕ ਅਤੇ ਲਮਟੀਂਗ ਸਹਿਜ ਸੁਭਾਅ ਵਿੱਚ ਵਿਚਰਦੇ ਹਨ ਤੇ ਮੁਰਗਾਬੀਆਂ ਦੀਆਂ ਡਾਰਾਂ ਉੱਡਦੀਆਂ ਦਿਖਾਈ ਦਿੰਦੀਆਂ ਹਨ। ਕਿਸਾਨ ਧਾਨ ਦੀ ਵਾਢੀ ਕਰਦੇ ਹਨ ਤੇ ਘਰਾਂ ਦੀਆਂ ਛੱਤਾਂ ਉੱਤੇ ਸੁਨਹਿਰੀ ਛੱਲੀਆਂ ਦੇ ਢੇਰ ਲੱਗ ਜਾਂਦੇ ਹਨ। ਪੰਨਾ ਨੰਬਰ 31। ਕੱਤਕ ਦੇ ਮਹੀਨੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਮਿੱਟੀ ਦੇ ਕਰੋੜਾਂ ਦੀਵੇ ਜਗਾਏ ਜਾਂਦੇ ਹਨ। ਵਹੁਟੀ ਆਪਣੇ ਢੋਲ ਨੂੰ ਕਹਿੰਦੀ ਹੈ ਕਿ ਉਹ ਘਰ ਵਿੱਚ ਰਹਿ ਕੇ ਹੀ ਜਾਗਦੇ ਦੀਵਿਆਂ ਨੂੰ ਚਿਣਨ ਵਿੱਚ ਉਸ ਦੀ ਮਦਦ ਕਰੇ। ਇਸ ਰੁੱਤ ਵਿੱਚ ਇੱਕ ਚਿੱਤਰ ਵਿੱਚ ਪ੍ਰੇਮੀ ਇੱਕ ਛੱਜੇ ਵਿੱਚ ਬੈਠ ਦੂਜੇ ਨਾਲ ਗੱਲਾਂ ਕਰਦੇ ਵਿਖਾਏ ਗਏ ਹਨ। ਪਿਛੋਕੜ ਵਿੱਚ ਇੱਕ ਨਦੀ ਹੈ। ਪਤਝੜ ਦਾ ਚੰਦਰਮਾ ਅਸਧਾਰਨ ਤੌਰ ਤੇ ਚਮਕਦਾ ਹੈ ਤੇ ਉਹਦੇ ਚਾਨਣ ਵਿੱਚ ਪ੍ਰੇਮੀਆਂ ਦੇ ਦਿਲ ਭਰ ਜਾਂਦੇ ਹਨ। ਭਾਗਾਂ ਵਾਲੇ ਹਨ ਉਹ ਪ੍ਰੇਮੀ ਜਿਨ੍ਹਾਂ ਨੂੰ ਕੱਤਕ ਦੀ ਪੂਰਨਮਾਸ਼ੀ ਵਿੱਚ ਮਿਲਣ ਦਾ ਮੌਕਾ ਪ੍ਰਾਪਤ ਹੁੰਦਾ ਹੈ। ਮੱਘਰ ਦਾ ਸੁਨਹਿਰੀ ਸਿਆਲ ਦੇ ਆਉਣ ਦਾ ਸੂਚਕ ਹੁੰਦਾ ਹੈ। ਦਿਨ ਛੋਟੇ ਹੋ ਜਾਂਦੇ ਹਨ ਤੇ ਰਾਤਾਂ ਲੰਮੀਆਂ। ਸਿਆਲੇ ਦੀ ਚੜਤਲ ਤੋਂ ਡਰਦੇ ਦਰਿੰਦੇ ਖੂੰਜੇ ਤੇ ਕੁਰਨੇ ਤਲਾਸ਼ ਕਰਨ ਲੱਗ ਪੈਂਦੇ ਹਨ। ਤੀਵੀਆਂ ਸਰਦੀਆਂ ਲਈ ਰਜਾਈਆਂ ਤਿਆਰ ਕਰਨ ਲੱਗ ਪੈਂਦੀਆਂ ਹਨ। ਪ੍ਰੇਮਿਕਾ ਅੱਖਾਂ ਵਿੱਚ ਸੁਰਮਾ ਪਾਉਂਦੀ ਹੈ ਤੇ ਪ੍ਰੇਮੀ ਵੱਲ ਪ੍ਰੇਮ ਬਾਣ ਸੁੱਟਦੀ ਹੈ। ਇਸ ਰੁੱਤ ਵਿੱਚ ਅਸਮਾਨ ਉੱਤੇ ਬੱਦਲ ਬਿਲਕੁਲ ਨਹੀਂ ਹੁੰਦੇ। ਪਹਾੜਾਂ ਵੱਲੋਂ ਠੱਕਾ ਚੱਲਦਾ ਹੈ ਕਿ ਮਨੁੱਖ ਤੇ ਕੀ ਪਸ਼ੂ ਸਭ ਢਾਰਿਆਂ ਦਾ ਨਿੱਘ ਭਾਲਦੇ ਹਨ। ਸਰਦੀ ਦਾ ਜ਼ੋਰ ਵੱਧਦਾ ਹੈ। ਕਚਨਾਰ ਦੇ ਪੱਤੇ ਝੜ ਜਾਂਦੇ ਹਨ। ਰਾਤਾਂ ਲੰਮੀਆਂ ਤੇ ਠੰਡੀਆਂ ਹੋ ਜਾਂਦੀਆਂ ਹਨ। ਵਹੁਟੀ ਬੜੀ ਤਾਂਘ ਨਾਲ ਆਪਣੇ ਗੱਭਰੂ ਨੂੰ ਉਡੀਕਦੀ ਹੈ। ਉਸ ਨੂੰ ਉਸਦਾ ਵਿਛੋੜਾ ਤੜਫਾਉਂਦਾ ਹੈ। ਮਾਹੀ ਬਾਝੋਂ ਉਸ ਨੂੰ ਸਿਆਲ ਵੱਢਣ ਨੂੰ ਪੈਂਦਾ ਹੈ। ਪ੍ਰਸ਼ਨ ਨੰਬਰ 2। ਉੱਤਰ ਭਾਰਤੀ ਰੁੱਤ ਚੱਕਰ ਨਿਬੰਧ ਦਾ ਵਿਸ਼ਾ ਵਸਤੂ ਕੀ ਹੈ? ਵਿਚਾਰ ਕਰੋ। ਉੱਤਰ ਉੱਤਰ ਭਾਰਤੀ ਰੁੱਤ ਚੱਕਰ ਨਿਬੰਧ ਮਹਿੰਦਰ ਸਿੰਘ ਰੰਧਾਵਾ ਤੇ ਦਵਿੰਦਰ ਸਤਿਆਰਥੀ ਦੀ ਰਚਨਾ ਹੈ। ਇਸ ਨਿਬੰਧ ਦਾ ਵਿਸ਼ਾ ਉੱਤਰੀ ਭਾਰਤ ਦੀਆਂ ਰੁੱਤਾਂ ਦਾ ਵਰਣਨ ਹੈ, ਜਿਨ੍ਹਾਂ ਨੂੰ ਨਿਬੰਧਕਾਰਾਂ ਨੇ ਕੇਸ਼ਵ ਦਾਸ ਦੇ 12 ਮਾਹੀ ਨੂੰ ਮੁੱਖ ਰੱਖ ਕੇ ਕਾਂਗੜਾ ਕਲਮ ਦੁਆਰਾ ਬਣਾਏ ਚਿੱਤਰਾਂ ਨੂੰ ਆਧਾਰ ਬਣਾਇਆ ਹੈ। ਉੱਥੇ ਕਾਲੀਦਾਸ ਦੀ ਪ੍ਰਸਿੱਧ ਰਚਨਾ ਰਿਤੂ ਸੰਹਾਰ ਤੋਂ ਵੀ ਸਹਾਇਤਾ ਲਈ ਹੈ।
ਨਿਬੰਧਕਾਰ ਦੱਸਦੇ ਹਨ ਕਿ ਭਾਰਤ ਵਿੱਚ 6 ਰੁੱਤਾਂ ਆਉਂਦੀਆਂ ਹਨ, ਪਰੰਤੂ ਉਹਨਾਂ ਨੂੰ ਅਸੀਂ 4 ਵੀ ਮੰਨ ਸਕਦੇ ਹਾਂ: ਬਸੰਤ, ਗਰਮੀ, ਪਤਝੜ ਅਤੇ ਸਰਦੀ। ਨਿਬੰਧਕਾਰ ਦੱਸਦੇ ਹਨ ਕਿ ਉਹਨਾਂ ਚੌਹਾਂ ਰੁੱਤਾਂ ਦਾ ਵਰਣਨ ਕਰਦਿਆਂ ਇਹਨਾਂ ਦੇ ਕੁਦਰਤੀ ਵਾਤਾਵਰਣ ਦਾ ਚਿਤਰਣ ਕਰਨ ਲਈ ਕੇਸ਼ਵ ਦਾਸ ਦੇ 12 ਦੇ ਆਧਾਰ ਤੇ ਕਾਂਗੜਾ ਕਲਮ ਦੁਆਰਾ ਬਣਾਏ ਚਿੱਤਰਾਂ ਵਿੱਚ ਦਿਖਾਏ ਪ੍ਰਤੀਕਰਤਕ ਵਾਤਾਵਰਣ ਅਤੇ ਰਾਧਾ ਕ੍ਰਿਸ਼ਨ ਜਾਂ ਪ੍ਰੇਮੀਆਂ ਦੀ ਪ੍ਰੇਮ ਲੀਲਾ ਦਾ ਸਹਾਰਾ ਲਿਆ ਗਿਆ ਹੈ। ਰੁੱਤਾਂ ਸੰਬੰਧੀ ਇਹ ਕਾਂਗੜਾ ਕਲਮ ਦੇ ਇਹ ਚਿੱਤਰ, ਜੋ ਕਿ ਰਾਜਾ ਸੰਸਾਰ ਚੰਦ ਦੇ ਵੇਲੇ ਦੇ ਹਨ, ਅੱਜ ਕੱਲ੍ਹ ਲੰਬਾ ਗਰਾਉਂ ਦੇ ਰਾਜੇ ਧਰੁਵਦੇਵ ਦੀ ਮਲਕੀਅਤ ਹਨ। ਲੇਖਕ ਦੱਸਦੇ ਹਨ ਕਿ ਇਹਨਾਂ ਵਿੱਚ 12 ਮਹੀਨਿਆਂ ਦਾ ਬੜਾ ਸਪਸ਼ਟ ਵਰਣਨ ਮਿਲਦਾ ਹੈ। ਨਿਬੰਧਕਾਰ ਦੱਸਦੇ ਹਨ ਕਿ ਹਿੰਦੁਸਤਾਨ ਬਹਾਰ ਦੀ ਆਮਦ ਦੇ 2 ਚਿੰਨ੍ਹ ਹਨ: ਸਰੋਂ ਦੇ ਪੀਲੇ ਫੁੱਲ ਤੇ ਘੁੱਗੀਆਂ ਦੀ ਮਧੁਰ ਕੂੰ-ਕੂੰ। ਇਸ ਰੁੱਤ ਵਿੱਚ ਲੋਕ ਬਸੰਤੀ ਕੱਪੜੇ ਪਹਿਨ ਕੇ ਪ੍ਰਕਿਰਤੀ ਨਾਲ ਇੱਕ ਮਿੱਕ ਹੋ ਜਾਂਦੇ ਹਨ। ਇਸ ਰੁੱਤ ਵਿੱਚ ਟਾਹਲੀ ਦੇ ਰੁੱਖ ਪੀਲੀ ਭਾਅ ਮਾਰਦੇ ਹਰੇ ਪੱਤਿਆਂ ਨਾਲ, ਅਸ਼ੋਕ ਸੰਗਤਰੀ ਤੇ ਸੋਸ਼ਨੀ ਫੁੱਲਾਂ ਦੇ ਗੁੱਛਿਆਂ ਨਾਲ, ਸਿੰਬਲ ਦੇ ਰੁੱਖ ਰੱਤੇ ਫੁੱਲਾਂ ਨਾਲ, ਅੰਬਾਂ ਦੀ ਝੰਗੀਆਂ ਦੇ ਖੱਟੇ ਰੰਗ ਤੇ ਸੁਗੰਧਿਤ ਫੁੱਲਾਂ ਨਾਲ, ਕੁਸੰਬੜੇ ਦੇ ਰੁੱਖ ਪੀਲੀ ਭਾਅ ਮਾਰਦੇ ਲਾਲ ਫੁੱਲਾਂ ਨਾਲ ਤੇ ਕੈਂਥ ਦੇ ਰੁੱਖ ਬਰਫ਼ ਰੰਗੇ ਚਿੱਟੇ ਫੁੱਲਾਂ ਨਾਲ ਭਰ ਜਾਂਦੇ ਹਨ। ਹਵਾ ਵਿੱਚ ਨਿੱਘਾ ਜਾਂਦਾ ਹੈ, ਢਾਕ ਦੇ ਫੁੱਲ ਖਿੜਦੇ ਹਨ ਤੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਕਾਮ ਵਾਸ਼ਨਾ ਦੀ ਬਹੁਲਤਾ ਤੇ ਧਾਰਮਿਕ ਰਹੱਸਵਾਦ ਦਾ ਮਿਸ਼ਰਣ ਹੈ। ਫੁੱਲਾਂ ਲੱਦੇ ਰੁੱਖਾਂ ਉੱਤੇ ਪੀਂਘਾਂ ਪਾਈਆਂ ਜਾਂਦੀਆਂ ਹਨ। ਪ੍ਰੇਮ ਪੀੜਾ ਦਾ ਜਨਮ ਹੁੰਦਾ ਹੈ ਤੇ ਹਰ ਕੋਈ ਆਪਣੇ ਜੋੜੇ ਦੀ ਭਾਲ ਕਰਦਾ ਹੈ। ਇਸ ਸੰਬੰਧੀ ਇੱਕ ਚਿੱਤਰ ਵਿੱਚ ਪੁਸ਼ਪ ਗਹਿਣੇ ਪਾਈ ਸਖੀਆਂ ਕ੍ਰਿਸ਼ਨ ਦੇ ਦੁਆਲੇ ਨੱਚਦੀਆਂ ਟੱਪਦੀਆਂ ਹਨ ਤੇ ਸੰਧਿਆ ਦੀ ਲੀਲਾ ਰਚਾਉਂਦੀਆਂ ਹਨ। ਕ੍ਰਿਸ਼ਨ ਨੂੰ ਦੇਖ ਕੇ ਰਾਧਾ ਉਸਦੇ ਪਿਆਰ ਵਿੱਚ ਗੁੜੁੰਦ ਹੋ ਜਾਂਦੀ ਹੈ। ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਗਰਮੀ ਵਧਣ ਨਾਲ ਬਸੰਤ ਰੁੱਤ ਗਰਮੀ ਦੀ ਰੁੱਤ ਵਿੱਚ ਬਦਲਦੀ ਸ਼ੁਰੂ ਹੋ ਜਾਂਦੀ ਹੈ। ਪਾਕੜ ਦੇ ਰੁੱਖ ਤਾਂਬੇ ਰੰਗੇ ਪੱਤਿਆਂ ਨਾਲ ਭਰ ਜਾਂਦੇ ਹਨ ਤੇ ਸਿੱਲੀਆਂ ਥਾਵਾਂ ਉੱਤੇ ਉਸ ਨੂੰ ਜੁਗਨੂ ਟਿਮਟਮਾਉਂਦੇ ਵਿਖਾਈ ਦਿੰਦੇ ਹਨ। ਰੁੱਖਾਂ ਦੇ ਸੁੱਕੇ ਪੱਤੇ ਉੱਡਦੇ ਫਿਰਦੇ ਹਨ। ਮੋਹਏ ਤੇ ਗੁਲਮੋਹਰ ਦੇ ਰੁੱਖ ਫੁੱਲਾਂ ਨਾਲ ਭਰ ਜਾਂਦੇ ਹਨ। ਨਿੰਮ ਤੇ ਸ਼ਰੀਂਹ ਦੇ ਫੁੱਲਾਂ ਦੀ ਸੁਗੰਧੀ ਨਾਲ ਵਾਤਾਵਰਨ ਭਰ ਜਾਂਦਾ ਹੈ। ਸ਼ਰੀਂਹਾਂ ਦੀਆਂ ਖੜ-ਖੜ ਕਰਦੀਆਂ ਫਲੀਆਂ ਰਾਤ ਦੀ ਇਕਾਂਤ ਵਿੱਚ ਵਿਘਨ ਪਾਉਂਦੀਆਂ ਹਨ। ਗਰਮ ਲੂਆਂ ਹਰਿਆਲੀ ਨੂੰ ਝੁਲਸਾ ਦਿੰਦੀਆਂ ਹਨ ਤੇ ਵਾਵਰੋਲੇ ਅਸਮਾਨ ਵੱਲ ਉੱਠਦੇ ਹਨ। ਵਾਤਾਵਰਨ ਮਿੱਟੀ ਘੱਟੇ ਨਾਲ ਭਰ ਜਾਂਦਾ ਹੈ। ਸਭ ਜੀਵ ਤੰਤੂ ਬੇਹਾਲ ਹੋਏ ਛਾਂ ਦੀ ਭਾਲ ਕਰਦੇ ਹਨ। ਇਸ ਸੰਬੰਧੀ ਇੱਕ ਚਿੱਤਰ ਵਿੱਚ ਇੱਕ ਇਸਤਰੀ ਸੁੰਦਰ ਨੀਲੇ ਬਸਤਰ ਪਹਿਨ ਕੇ ਆਪਣੇ ਮਲਮਲ ਦੇ ਚੋਗੇ ਵਾਲੇ ਪ੍ਰੇਮੀ ਨਾਲ ਗੱਲਾਂ ਕਰਦੀ ਹੈ। ਕੋਲ ਅਮਲਤਾਸ਼ ਦਾ ਪੀਲੇ ਫੁੱਲਾਂ ਨਾਲ ਭਰਿਆ ਰੁੱਖ ਹੈ। ਪੰਨਾ ਨੰਬਰ 32। ਗਰਮੀ ਦੀ ਰੁੱਤ ਮਗਰੋਂ ਅਸਮਾਨ ਉੱਤੇ ਬੱਦਲ ਆ ਪ੍ਰਗਟ ਹੁੰਦੇ ਹਨ ਤੇ ਬਰਸਾਤ ਦੀ ਰੁੱਤ ਆਰੰਭ ਹੋ ਜਾਂਦੀ ਹੈ, ਜਿਸ ਨਾਲ ਜੱਟ ਖਿੜ ਜਾਂਦਾ ਹੈ ਤੇ ਠੰਡ ਲਈ ਤਾਂਘ ਦੇ ਪ੍ਰੇਮੀਆਂ ਨੂੰ ਤ੍ਰਿਪਤੀ ਮਿਲਦੀ ਹੈ। ਵੈਂਗਣੀ ਰੰਗ ਦੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਕੂਕਣ ਲੱਗਦੇ ਹਨ ਤੇ ਪੈਲਾਂ ਪਾਉਣ ਲੱਗਦੇ ਹਨ। ਕਦਮ ਰੁੱਖ ਪੀਲੇ ਫੁੱਲਾਂ ਨਾਲ ਭਰ ਜਾਂਦੇ ਹਨ। ਇਸ ਦਿਨ ਵਿੱਚ ਕਦਮ ਰੁੱਖ ਹੇਠ ਖੜੇ ਕ੍ਰਿਸ਼ਨ ਜੀ ਮੁਰਲੀ ਵਿੱਚੋਂ ਮਲ੍ਹਾਰ ਧੁਨ ਕੱਢਦੇ ਹਨ। ਭਾਵੇਂ ਤੂਫਾਨੀ ਵਾਛੜਾਂ ਤੇ ਹਵਾਵਾਂ ਨੇ ਅੱਤ ਚੁੱਕੀ ਹੁੰਦੀ ਹੈ, ਤਾਂ ਵੀ ਰਾਧਾ ਦੇ ਮਨ ਵਿੱਚ ਕ੍ਰਿਸ਼ਨ ਨੂੰ ਮਿਲਣ ਦੀ ਚਾਹ ਤੀਬਰ ਹੋ ਉੱਠਦੀ ਹੈ, ਪਰੰਤੂ ਮੌਸਮ ਉਸ ਨੂੰ ਭੈਭੀਤ ਕਰਦਾ ਹੈ। ਹਾਥੀ ਮੀਂਹ ਨੂੰ ਮਾਣਦੇ ਹਨ, ਪਰੰਤੂ ਬਾਘ ਘੁਰਨਿਆਂ ਵਿੱਚ ਵੜ ਜਾਂਦੇ ਹਨ। ਪ੍ਰੇਮੀ ਮੀਂਹ ਪੈਣ ਅਤੇ ਬਿਜਲੀ ਦੀ ਲੀਲਾ ਵੇਖਦੇ ਹਨ। ਮੀਂਹਾਂ ਕਾਰਨ ਦਰਿਆ ਪਾਣੀ ਨਾਲ ਬਿਫਰ ਜਾਂਦੇ ਹਨ। ਧਰਤੀ ਹਰੀ ਭਰੀ ਹੋ ਜਾਂਦੀ ਹੈ ਤੇ ਬੀਰ ਵਹੁਟੀਆਂ ਧਰਤੀ ਨੂੰ ਸ਼ਿੰਗਾਰ ਦਿੰਦੀਆਂ ਹਨ। ਬੱਦਲਾਂ ਦੇ ਛਣ ਜਾਣ ਮਗਰੋਂ ਅਸਮਾਨ ਉੱਤੇ ਸਤਰੰਗੀ ਪੀਂਘ ਤੇ ਵਿਸ਼ੇ ਵਾਸ਼ਨਾ ਦਾ ਮਹੀਨਾ ਹੈ। ਇਸ ਮਹੀਨੇ ਦੀ ਸੁਗੰਧਿਤ ਹਵਾ ਵਿੱਚ ਵਿਛੜੇ ਪ੍ਰੇਮੀ ਬਿਰਹੋਂ ਵਿੱਚ ਤੜਫਦੇ ਤੇ ਇੱਕ ਦੂਜੇ ਲਈ ਤਾਂਘਦੇ ਹਨ। ਚਿੱਟੇ ਬਗਲੇ ਬੱਦਲਾਂ ਨੂੰ ਚੀਰਦੇ ਹੋਏ ਉੱਠਦੇ ਹਨ। ਬਰਸਾਤ ਖਤਮ ਹੁੰਦਿਆਂ ਹੀ ਵਾਤਾਵਰਨ ਸਾਫ਼ ਹੋ ਜਾਂਦਾ ਹੈ। ਪਤਝੜ ਵਿੱਚ ਸ਼ਾਨਦਾਰ ਸੂਰਜ ਦੇ ਦਰਸ਼ਨ ਹੁੰਦੇ ਹਨ। ਧਰਤੀ ਚਿੱਟੇ ਬੁੰਬਲਾਂ ਵਾਲੇ ਸਿਰਕੰਡਿਆਂ ਨਾਲ ਭਰ ਜਾਂਦੀ ਹੈ। ਇਸ ਰੁੱਤ ਵਿੱਚ ਕਚਨਾਰ, ਕੋਵਣੀਦਾਰ ਦੇ ਰੁੱਖ ਫੁੱਲਾਂ ਨਾਲ ਭਰ ਜਾਂਦੇ ਹਨ। ਹਾਰ ਸ਼ਿੰਗਾਰ ਦਾ ਰੁੱਖ ਅੱਸੂ ਕੱਤੇ ਵਿੱਚ ਰਾਤ ਨੂੰ ਖਿੜਦਾ ਤੇ ਸੁਗੰਧੀ ਖਿਲਾਰਦਾ ਹੈ। ਦਰਿਆ ਦੇ ਕੰਢੇ ਉੱਤੇ ਸਾਰਸ ਤੇ ਲਮਟੀਂਗ ਸਹਿਜ ਸੁਭਾਅ ਵਿਚਰਦੇ ਹਨ। ਕਿਸਾਨ ਧਾਨ ਦੀ ਵਾਢੀ ਕਰਦੇ ਹਨ ਤੇ ਕੋਠਿਆਂ ਉੱਤੇ ਛੱਲੀਆਂ ਦੇ ਢੇਰ ਲੱਗ ਜਾਂਦੇ ਹਨ। ਕੱਤਕ ਦੇ ਮਹੀਨੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਕਰੋੜਾਂ ਦੀਵੇ ਜਗਾਏ ਜਾਂਦੇ ਹਨ। ਵਹੁਟੀ ਆਪਣੇ ਢੋਲ ਨੂੰ ਕਹਿੰਦੀ ਹੈ ਕਿ ਉਹ ਘਰ ਰਹਿ ਕੇ ਹੀ ਜਾਗਦੇ ਦੀਵੇ ਚਿਣਨ ਵਿੱਚ ਉਸ ਦੀ ਮਦਦ ਕਰੇ। ਇੱਕ ਚਿੱਤਰ ਵਿੱਚ ਇਸ ਰੁੱਤ ਵਿੱਚ ਪ੍ਰੇਮੀ ਇੱਕ ਛੱਜੇ ਉੱਤੇ ਬੈਠ ਇੱਕ ਦੂਜੇ ਨਾਲ ਗੱਲਾਂ ਕਰਦੇ ਦਿਖਾਏ ਗਏ ਹਨ। ਪਿਛੋਕੜ ਵਿੱਚ ਇੱਕ ਨਦੀ ਹੈ। ਪਤਝੜ ਦਾ ਚੰਦਰਮਾ ਅਸਧਾਰਨ ਰੂਪ ਵਿੱਚ ਚਮਕਦਾ ਹੈ। ਮੱਘਰ ਦਾ ਮਹੀਨਾ ਸਿਆਲ ਦੇ ਆਉਣ ਦਾ ਸੂਚਕ ਹੁੰਦਾ ਹੈ। ਦਿਨ ਛੋਟੇ ਹੋ ਜਾਂਦੇ ਹਨ ਤੇ ਰਾਤਾਂ ਲੰਮੀਆਂ।
ਸਿਆਲ ਦੀ ਚੜਤਲ ਤੋਂ ਡਰਦੇ ਦਰਿੰਦੇ ਖੂੰਜੇ ਤੇ ਕੁਰਨੇ ਤਲਾਸ਼ ਕਰਨ ਲੱਗ ਪੈਂਦੇ ਹਨ। ਔਰਤਾਂ ਸਰਦੀਆਂ ਲਈ ਰਜਾਈਆਂ ਤਿਆਰ ਕਰਨ ਲੱਗ ਪੈਂਦੀਆਂ ਹਨ। ਪ੍ਰੇਮਿਕਾ ਅੱਖਾਂ ਵਿੱਚ ਸੁਰਮਾ ਪਾ ਕੇ ਪ੍ਰੇਮੀ ਵੱਲ ਪ੍ਰੇਮ ਬਣ ਸੁੱਟਦੀ ਹੈ। ਇਸ ਰੁੱਤ ਵਿੱਚ ਪਹਾੜਾਂ ਵੱਲੋਂ ਠੱਕਾ ਚੱਲਦਾ ਹੈ। ਕੀ ਮਨੁੱਖ ਤੇ ਕੀ ਪਸ਼ੂ ਸਭ ਢਾਹਿਆਂ ਦਾ ਨਿੱਘ ਭਾਲਦੇ ਹਨ। ਸਰਦੀ ਦਾ ਜ਼ੋਰ ਵੱਧਦਾ ਹੈ, ਰਾਤਾਂ ਠੰਡੀਆਂ ਤੇ ਲੰਮੀਆਂ ਹੋ ਜਾਂਦੀਆਂ ਹਨ ਤੇ ਵਹੁਟੀ ਤਾਂਘ ਨਾਲ ਆਪਣੇ ਗੱਭਰੂ ਨੂੰ ਉਡੀਕਦੀ ਹੈ। ਉਸ ਨੂੰ ਉਸਦਾ ਵਿਛੋੜਾ ਤੜਫਾਉਂਦਾ ਹੈ। ਇਸ ਪ੍ਰਕਾਰ ਇਸ ਨਿਬੰਧ ਦਾ ਵਿਸ਼ਾ ਉੱਤਰੀ ਭਾਰਤ ਦਾ ਰੁੱਤ ਚੱਕਰ ਹੈ। ਨਿਬੰਧਕਾਰਾਂ ਨੇ ਬਦਲਦੀਆਂ ਰੁੱਤਾਂ ਦੇ ਨਾਲ ਬਦਲ ਰਹੇ ਕੁਦਰਤੀ ਵਾਤਾਵਰਣ ਤੇ ਮੌਸਮ ਦਾ ਬੜੀ ਉਦੀਪਨ ਤੇ ਅਲੰਬਨ ਰੂਪ ਵਿੱਚ ਚਿਤਰਣ ਕੀਤਾ ਹੈ, ਜਿਸ ਨਾਲ ਇਸ ਵਿੱਚ ਯਥਾਰਥ ਤੇ ਰੋਮਾਂਸ ਦਾ ਸੁਮੇਲ ਪੈਦਾ ਹੋ ਕੇ ਇਸ ਵਿੱਚ ਬੜਾ ਰਸ ਪੈਦਾ ਕਰਦਾ ਹੈ। ਇਸ ਵਿੱਚ ਬਦਲਦੀਆਂ ਰੁੱਤਾਂ ਦੇ ਪ੍ਰੇਮੀ ਮਨਾਂ ਉੱਤੇ ਪ੍ਰਭਾਵ ਨੂੰ ਬੜੀ ਮਨੋਵਿਗਿਆਨਿਕ ਸੂਝ ਨਾਲ ਪੇਸ਼ ਕੀਤਾ ਗਿਆ ਹੈ। ਸਮੁੱਚੇ ਤੌਰ ਤੇ ਇਸ ਨਿਬੰਧ ਦਾ ਵਿਸ਼ਾ ਬਹੁਤ ਹੀ ਸੱਭਿਆਚਾਰਕ ਮਹਾਨਤਾ ਵਾਲਾ ਤੇ ਵਾਕਫੀਅਤ ਭਰਪੂਰ ਹੈ। ਸਾਨੂੰ ਇਹ ਵੀ ਅਨੁਭਵ ਹੁੰਦਾ ਹੈ ਕਿ ਵਰਤਮਾਨ ਅਖੌਤੀ ਵਿਕਾਸ ਤੇ ਪ੍ਰਦੂਸ਼ਣ ਦੇ ਪਸਾਰ ਨੇ ਰੁੱਤਾਂ ਦੇ ਇਹ ਸਾਰੇ ਨਜ਼ਾਰੇ ਧੁੰਦਲੇ ਤੇ ਦਾਗਦਾਰ ਬਣਾ ਦਿੱਤੇ ਹਨ।